अस्सलाम वालेकुम, खबरहार में खुश आमदेद। मैं हूं आपका होस्ट आफ्ताब इकबाल। ख़वातीन और हज़रात, आज शो का आगाज़ करेंगे अपने सेगमेंट फ़िल्म किताब और लोग से। और आज की किताब और आज का कैरेक्टर टारज़ान। हम टारज़ान पे इससे पहले बारहा शोज़ कर चुके हैं और ये हमारा बड़ा लाजवाब कैरेक्टर है, ना सिर्फ इंग्लिश लिटरेचर का, बच्चों का लिटरेचर भी टारज़ान की कहानियों से भरा पड़ा है। हमारी अपनी कम से कम 12-13 एपिसोड्स में टारज़ान मौजूद है और हर दौर में टारज़ान भी बदलते रहे हैं, गोरीले भी बदलते रहे हैं, बंदर भी बदलते रहे हैं, कैरेक्टर्स भी बदलते रहे हैं, राइटर्स भी, डमी, सारे कैरेक्टर्स हमने डमी म्यूज़ियम से बुला रखे हैं आज भी। और हमेशा जंगल में मंगल का समा होता है। आज भी एक महफिल बरपा है जंगल में। तो सबसे पहले हम जंगल का अहवाल बयान करेंगे, कैरेक्टर से आपकी मुलाकात करवाएंगे, उसके बाद हम सेंटर स्टेज पे आके राइटर जो डमी म्यूज़ियम से आया हुआ है उसके साथ आपकी गपशप करवाएंगे। जी जनाब। या अल्लाह सब दा भला, सब दी खैर, बुरे दा मुंह काला ते नीले पैर। या अल्लाह किसे नेक दे मत्थे लाई मेरे अमाल का, ਵੱਡੇ प्रोजेक्ट ਨੂੰ ਹੱਥ ਪਾ ਬੈਠੇ ਆ, ਤੂੰ ਇਸ ਤਾਂ ਸ਼ਰਮਾ ਰੱਖਣ ਵਾਲਾ ਮੇਰੇ ਮੌਲਾ। ਅੱਜ ਜਿਹੜੀ ਕਹਾਣੀ ਅਸੀਂ ਲੈ ਕੇ ਪੇਸ਼ ਹੋ ਗਏ ਤੁਹਾਡੀ ਖਿਦਮਤ ਦੇ ਵਿੱਚ, ਕੀ ਹਾਲ ਚਾਲ ਹੈ ਭਾਈਜਾਨ, ਠੀਕ ਠਾਕ ਹੋ? मैं ठीक ठाक हूँ, ज्यादा चिल्लाओ मत, आहिस्ता बोलो, ये महफिल थिएटर नहीं है। आप तो करते हैं फिल्म्स की रैसल और आपकी फिल्म इस स्टैंडर्ड इस कैलिबर की नहीं हो सकती। आपका क्या काम यहाँ पे? ਵਿਲੀਅਮ ਵਾਇਲਨ ਦਾ ਨਾਂ ਸੁਣਿਆ ਤੁਸੀਂ? हाँ। ਉਹਨਾਂ ਦੇ ਗਾਣਾ ਵੰਸ਼ ਗਿਰਦ ਹੋਏ ਆ ਤੁਹਾਡੀ ਦੁਆ ਨਾਲ, ਅਸੀਂ ਕੋਈ ਇੰਗਲਿਸ਼ ਫਿਲਮਾਂ ਭੁੱਲੀਆਂ ਨਹੀਂ ਸਾਨੂੰ। नहीं, ये आपकी फिल्म का सेट नहीं है, ये टार्ज़न का सेट है। ਆ ਤੇ ਟਾਰਜ਼ਨ ਦਾ ਸੈੱਟ ਇਹਦੇ ਵਿੱਚ ਵੀ ਮੈਂ ਹੀ ਇਨਵੋਲਵਮੈਂਟ ਦੇਣੀ ਹੈ ਤੇ ਅੱਗੇ ਚੱਲਣਾ ਹੈ। ਤੁਹਾਨੂੰ ਪਤਾ ਅੱਜ ਕੱਲ ਹਾਲਾਤ ਠੀਕ ਨਹੀਂ ਹੈਗੇ, ਫਿਲਮਾਂ ਬਹੁਤ ਘੱਟ ਬਣ ਰਹੀਆਂ। ਸ਼ਾਦੀ ਦੀ ਫਿਲਮ ਕੱਢ ਲਈ, ਵਿਆਹ ਦੀ ਫਿਲਮ ਕੱਢ ਲਈ, ਹਕੀਕੇ ਦੀ ਫਿਲਮ ਕੱਢ ਲਈ। ਭਾਜੀ 2-3 ਫਿਲਮਾਂ ਤੇ ਮੈਂ ਖਤਨਿਆਂ ਦੀਆਂ ਵੀ ਕਰ ਚੁੱਕੇ ਆ। अच्छा, तारुफ करवाएं और सबसे पहले बताएं कि वो पीछे हदवाना नुमा गर्मा नुमा चीज क्या पड़ी है। ਉਹ ਭਾਜੀ ਮਾਦਰ ਮਲਕਾ ਹੈਗੀ ਜੇ, ਕੀ ਪੇ ਕਰਦੇ ਹੋ? और नहीं, नीचे जो ਅੱਛਾ ਹੈ, ਬਹੁਤ ਅੱਛੇ। ਮੈਂ ਕਿਹਾ ਹੋ ਰਹੇ ਹੋ ਦੀ ਗੱਲ ਕਰ ਰਹੇ ਹੋ, ਉਹ ਵੀ ਤਾਂ ਦੁਹਾਣੇ ਵਰਗੀ ਹੈਗੀ। ਐ ਨੈਨੀ ਮੁਲਤਾਨੀ। हाँ वालेकुम, क्या हाल है? सही ठीक ठाक? मैं ठीक हूँ। नैनी का क्या मतलब? ਇਹ ਭਾਜੀ ਟਾਰਜ਼ਨ ਹੋਣੀ ਨਿੱਕੇ ਜੇ ਹੁੰਦੇ ਸਨ ਨਾ, ਚੁੰਨੇ ਕਾਕੇ ਜੇ, ਇਹਨਾਂ ਨੇ ਕੁੱਛੜ ਚੁੱਕ ਕੇ ਖੜਾਇਆ। अच्छा नैनी, ओके। ਹਾਂਜੀ ਹੁਣ ਤਾਂ ਟਾਰਜ਼ਨ ਵੱਡਾ ਹੋ ਗਿਆ, ਮਾਸ਼ਾਅੱਲਾ ਨਾਨੀ ਹੋ ਗਈ ਹੈ। ਇਹਦਾ ਤੇ ਤਾਰਫ ਹੋ ਗਿਆ। ਇਹ ਦੇਖ ਰਹੇ ਹੋ ਤੁਸੀਂ ਜੋੜੀ, ਇਹ ਟਾਰਜ਼ਨ ਦੀ ਮੁਹੱਬਤ ਭਾਣ, ਸਾਡੀ ਫਿਲਮ ਦੀ ਹੀਰੋਇਨ। अच्छा जी। ਇਹ ਉਹਦੀ ਦੋਸਤ ਹੈ, ਸਹੇਲੀ। अस्सलाम वालेकुम सर। वालेकुम अस्सलाम। ये आज क्यों सब इकट्ठे हैं? ਭਾਜੀ ਕੋ ਰੌਣਕ ਮੇਲਾ ਐਵੇਂ ਨਹੀਂ ਲੱਗਾ ਹੋਇਆ, ਤੁਸੀਂ ਕੀ ਸਮਝ ਰਹੇ ਹੋ? ਮਾਦਰ ਦੇ ਕੁੱਲ ਨੇ ਅੱਜ। ਇਹ ਦੇਖ ਰਹੇ ਹੋ ਤੁਸੀਂ ਗਰਮਾ ਪਿਆ, ਅੱਜ ਟਾਰਜ਼ਨ ਸਾਹਿਬ ਦੀ ਸਾਲਗਿਰਾ ਹੈ। तो गरमे का सालगिरह के साथ क्या ताल्लुक है? ਭਾਜੀ ਇੱਥੇ ਕੋਈ ਕੇਕ ਪੇਸਟਰੀਆਂ ਦੀ ਦੁਕਾਨ ਨਹੀਂ ਹੈਗੀ, ਜੋ ਜੰਗਲ 'ਚ ਮੌਜੂਦ ਹੋਵੇ ਇਹ ਕੱਟ-ਕੁੱਟ ਦਿੰਦੇ ਨੇ। ਉਹ ਇੰਟਰਟੇਨਮੈਂਟ ਦਾ ਵੀ ਪ੍ਰੋਗਰਾਮ ਹੋਇਆ ਭਾਈ ਇੱਥੇ, ਪੂਰਾ ਨਿਜ਼ਾਮ। ਭਾਜੀ ਜੰਗਲ ਦੇ ਬੋਨੀਅਮ ਆਏ ਨੇ। ओए होए, बोनियम। अब पता नहीं किसको बोनियम कहता है ये। बोनियम का कोई गाना याद है? ਆਹੋ ਯਾਦ ਹੈ, ਰੈਸਟੋਪੀਨ ਰੈਸਟੋਪੀਨ। रेस्टोपी। मेरी बात सुने, ये तो इनकी अपनी लाइफ है, आप इनसे कैसे जुड़े, कैसे जानते हैं आप इनको? ਡਾਕਟਰ ਸਾਹਿਬ ਜਦੋਂ ਇਹਨਾਂ ਦੀ ਕੋਈ ਖੁਸ਼ੀ ਗਮੀ ਹੁੰਦੀ ਹੈ ਮੈਨੂੰ ਚੁੱਕ ਲਿਆਉਂਦੇ ਨੇ, ਇੱਥੇ ਆਣਾ ਪੈਂਦਾ ਹੈ। ऐसे ही काम खा आना पैदा, तुम इनकार कर दिया करो। ਬਹੁਤ ਅੱਛੇ, ਨਾ ਕਰ ਦਿਆ ਕਰੋ ਭਾਜੀ। ਆਦਮਖੋਰਾਂ ਦਾ ਦਸਤਾ ਭੇਜ ਦਿੰਦੇ ਨੇ ਕਾਲੇ ਡਾਲੇ ਤੇ। ਅਮਾ ਜੀ ਕੀ ਕਹਿੰਦੇ ਹੋ, ਅੱਜ ਤੁਹਾਡੇ ਚਸ਼ਮੋ ਚਿਰਾਗ ਦੀ ਬਰਥਡੇ ਹੈਗੀ, ਸਾਲਗਿਰਾ। ਅੱਜ ਮੈਂ ਬੜੇ ਖੁਸ਼ ਹਾਂ, ਬੜੀ ਖੁਸ਼ ਹੈਗੀ ਹਾਂ। ਮੈਂ ਕਹਿੰਦਾ ਇੱਥੇ ਰੌਣਕਾਂ ਲਾ ਦਿਆਂਗੇ, ਤੁਹਾਨੂੰ ਪਤਾ ਲੱਗੇਗਾ ਕਿ ਬਈ ਜੰਗਲ 'ਚ ਹੋ ਕੀ ਰਿਹਾ। ਪੇਸ਼ੇ ਖਿਦਮਤ ਹੈ ਟਾਰਜ਼ਨ। ਉਹ ਸਾਲਿਆ ਸਿੱਧਾ ਕਰ। ਉਹ ਕਿੱਧਰ ਨੂੰ ਹੋਣਾ ਹੀ? ਕੀ ਲੋੜ ਸੀ ਸਿੱਧੇ ਸਿੱਧੇ ਸੈਗਮੈਂਟ ਅਸੀਂ ਕਰਨੇ? ਬਾਬਰ ਹਾਊਸ, ਖਾਨ ਸਾਹਿਬਾਂ ਦਾ ਘਰ ਹੈ, ਕੀ ਪੰਗਾ ਲੈਣ ਦੀ ਲੋੜ ਸੀ? ਉਹ ਸਿਰ ਵੱਜਾ ਜੇ ਮੇਰਾ ਪੂਰਾ ਲੱਕੜ ਦੇ ਵਿੱਚ। ਤੁਸੀਂ ਜਾਓ ਡਾਕਟਰ ਸਾਹਿਬਾ। यही तो पॉइंट था हमारा कि उसमें लगे, मुड्डी में लगना चाहिए। ਅੱਲਾ ਦੀ ਕਸਮ ਮੁੱਢੀ 'ਚ ਹੀ ਲੱਗਾ ਜੇ। ਹਲੇ ਅੱਗੋਂ ਹੱਸਣ ਡਿਆ, ਕੀ ਨਾ ਮੁਰਾਦੀ ਹੈ। ਜ਼ੁਲਫਾਂ ਦੀ ਠੰਡੀ ਠੰਡੀ ਛਾਂ ਡੋਲਣਾ। ਜ਼ੁਲਫ ਅੱਜ ਮੇਰੀ ਸਾਲਗਿਰਾ ਹੈ, ਖੁਸ਼ੀ ਦਾ ਟਾਈਮ ਹੈ, ਅੱਜ ਇੰਜੋਏ ਕਰਨਾ ਪੂਰੇ। मादर मलका, मैं पूरे जंगल दी तरफों ते एक मुबारकबाद देनी हाँ ई खुशी दे मौके ते। हाँ, खुशी दे मौके ते मुबारकबाद देनी है मैं तुहानू मादर मलका। मल क्या हाल है? मैं ठीक हूँ टार्ज़न, तुम कैसे हो? आ देख ला, मैनू तो टंगिया अगलियां ने। पुत्र वड्डा थी गए, हुणी ना खुशियां देखसूं। पुत्र वड्डा थी गया, वल खुशियां देखसूं।
इंदी शादी करे सू इंदी जान घेन के वेसू तेरी शादी है बरात घेन खड़े सू जिस वेले बरात घेन खड़े सू उस वेले जाके बरात घेन खड़े सू जान ते साडे घोट दी जान ते साडे घोट दी उठे ते ना मावे उठे ते नमावे सावे कचावे सावे कचावे ਇਹ ਸਾਲੇ ਨੂੰ ਟਾਰਜ਼ਨ ਬਣਾਇਆ ਮਿੰਟ ਬਾਅਦ ਬਾਂਦਰ ਹੋ ਜਾਂਦਾ ਇਹ ਮੈਨੂੰ ਲੱਗਦਾ ਅੱਜ ਮੇਰੀ ਸਾਰੀ ਸਲਤਨਤ ਗਿਣ ਗੜੇ ਸੂ ਹੋ ਜਾਣੀ ਆ ਖਿਲਾਣਾ ਤੋਂ ਤੁਹਾਡਾ ਇਹ ਜਸ਼ਨ ਹੁੰਦਾ ਇੱਕ ਪੀਂਗ ਤੇ ਬਹਿ ਜਾਂਦਾ ਦੂਜਾ ਗਿਣ ਗਣੇ 100 ਮਿੰਟ ਬਣੇ ਉਹ ਟਾਰਜ਼ਨ ਤੂੰ ਪੀਂਗ ਤੇ ਰਹਿਣਾ ਹੁਣ ਸਾਰੀ ਜ਼ਿੰਦਗੀ ਕਿਤੇ ਅੱਗੇ ਪਿੱਛੇ ਹੋਣਾ ਤੂੰ ਤੂੰ ਪੀਂਗ ਤੇ ਮੈਂ ਪਰਛਾਵਾਂ ਤੇਰੇ ਨਾਲ ਹੁਲਾਰੇ ਖਾਵਾਂ ਤੇਰੇ ਨਾਲ ਹੁਲਾਰੇ ਖਾਵਾਂ ਲਾ ਲੈ ਦੋਸਤੀ ਜਾ ਭੈੜਾ ਪੋਸਤੀ ਟਾਂ ਟਾਂ ਜਾ ਭੈੜਾ ਪੋਸਤੀ ਪੌਂ ਪੌਂ ਤੂੰ ਲਾ ਲੈ ਦੋਸਤੀ ਤੂੰ ਪੀਂਗ ਤੇ ਓਏ ਓ ਯਾਰ टार्जन तुम्हें चोट लग जाएगी, क्या करते हो बार बार? और बाश ਲੋ ਭਾਜੀ ਸਾਲਗਿਰਾ ਹੈਗੀ ਤੁਹਾਨੂੰ ਪਤਾ ਅੱਜ ਖੁਸ਼ੀਆਂ ਮਨਾਉਣੀਆਂ ਨੇ ਸਾਰਿਆਂ ਤੁਹਾਨੂੰ ਡਾਕਟਰ ਸਾਹਿਬ ਗਰਮਾ ਘੱਲਾਂਗਾ ਮੈਂ ਭਾਜੀ ਤੁਹਾਨੂੰ ਵੀ ਘੱਲਾਂਗਾ हैप्पी बर्थडे टार्जन। ਸੇਮ ਟੂ ਯੂ थैंक यू कहते हैं। ਤੁਹਾਨੂੰ ਕੀ ਪਤਾ ਅਸੀਂ ਜੰਗਲੀ ਲੋਕ ਆ ਥੈਂਕ ਯੂ ਕਹਿਣਾ ਜਾਂ ਜੋ ਵੀ ਕਹਿਣਾ ਇਹ ਬਾਬੇ ਹੋਰੀ ਬੈਠੇ ਨੇ ਸਾਹਮਣੇ ਰਾਈਟਰ ਮਾਸ਼ਾਅੱਲਾ ਇਹੋ ਜਿਹੀ ਵਲੀਮੇ ਵਾਲੇ ਦਿਨ ਡੈਥ ਹੋ ਜਾਂਦੀ ख्वातीन हज़रात हमारे साथ मौजूद हैं एज यूजुअल इस शानदार स्टोरी के राइटर एडगर राइस। इनसे गपशप करते हैं। जी क्या हाल है आपका? जी खैरियत से हूँ, आप सुनाएं। बिल्कुल ठीक। आफ्ताब साहब मैंने बहुत सीरीज़ लिखी हैं, बहुत नॉवेल्स लिखे हैं, बहुत कैरेक्टर्स पे लिखा है, लेकिन इस कैरेक्टर के ऊपर मैं शर्मिंदा हूँ। क्यों, क्या वजह क्या है? इंतहाई वाहियात है और इंतहाई घटिया गुफ्तगू करता है। ये जो आपको सीक्वेंस दिखा रहे हैं इसमें सालगिरह है, बेहुदा सा डायरेक्टर है। ये मैंने 24 नॉवेल्स लिखे हैं टार्जान के ऊपर, मेरी किसी स्टोरी में नहीं है और मेरे किसी नॉवल में नहीं है। ओ बुजुर्गो बाबा जी इम्प्रोवाइजेशन भी कोई चीज होती है। वाह, ये फिर तुम्हारी इम्प्रोवाइजेशन है ना, मेरा तो इससे कोई ताल्लुक नहीं है। ਉਤੋਂ ਡਾਇਰੈਕਟਰ ਨੂੰ ਬੇਹੂਦਾ ਕਹਿਤਾ ਤੁਸੀਂ। सॉरी मैं माजरत चाहना है, मैनू खच कहना चाहिए सी। वाह 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 वाह। अच्छा जी, इस पूरे सिनेरियो में आपका मोस्ट फेवरेट कैरेक्टर कौन है? मेरा मोस्ट फेवरेट कैरेक्टर तो फिर एक ही है जी। वो कौन? टार्जन? लानत भेजें उस पर। ओए बाबा मैं गरमा मार के मार देने तेनू। मेरा फेवरेट कैरेक्टर है जेन। उफ, शर्म कर यार बुजुर्गा की हो गया आप ही लेके आप ही सिर हो गया। ਯਾਰ ਉਹਨੇ ਵੀ ਤੇ ਕਿਸੇ ਖਤੂਨ ਦੀ ਤਾਰੀਫ ਕਰਨੀ ਹੈ। ये अम्मी होरां दी कर लवे अन्ना है। ਕਿਉਂ ਜੀ ਮਾਦਰ ਮਲਕਾ ਚੱਲੇਗੀ? हाँ तेरे नाल चल सकती है, मेरे नाल नहीं। भाई वो बहुत बड़ा सेलिब्रिटी है, राइटर है, तुम तो उसकी क्रिएशन हो। और मुझे फख्र है इसके ऊपर कि अगर दुनिया की आबादी 8 बिलियन है तो उसमें से 7 बिलियन लोग जो है मेरे कैरेक्टर को जानते हैं। वाह 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 वाह। ਕਿਸੇ ਨੇ ਨਹੀਂ ਪੁੱਛਣਾ ਕੱਲ ਨੂੰ। और इसके ऊपर 200 से ज्यादा फिल्में बन चुकी हैं। ਮੈਂ ਟਾਰਜ਼ਨ ਬਣਾ ਰਿਹਾ ਹੁਣ ਪਾਕਿਸਤਾਨੀ। ਟਾਰਜ਼ਨ ਨੂੰ ਲਵਾਉਣੀਆਂ ਮੈਂ ਵੱਡੀਆਂ ਮੁੱਛਾਂ। ਘੋੜੇ ਤੇ ਆ ਰਿਹਾ ਦਗੜ 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 ਪਿੱਛੇ ਸਹਿਮਾ ਬੈਠੀ। फिल्म का नाम क्या है? टार्जन के शोले। हाँ जी। वाह वाह। अच्छा जी, जैन से पूछते हैं क्या तासुरात हैं आपके? टार्जन की बर्थडे आज। बस मैं क्या बताऊं आपको, मैं तो इतनी खुश हूँ, इतनी खुश हूँ। ਲੈ ਵੀ ਇਸ ਗਰਮੇ ਚ ਜਿੰਨ ਹੈਗਾ ਜੀ। ਯਾਰ ਬਾਕੀ ਗੱਲਾਂ ਤੇ ਆਪਣੀ ਜਗ੍ਹਾ। ਬੀਬੀ ਆ ਤੂੰ ਹਰਕਤ ਕੀ ਕੀਤੀ? क्या हो गया? मेरी फ्रेंड इतना अच्छा हंसती है। ਤੇ ਇਹ ਜਿੰਨ ਤਾਂ ਨਹੀਂ ਕੀਤਾ। ਨਹੀਂ ਨਹੀਂ ਮੈਨੂੰ ਪਤਾ ਹੈ ਇਹਨੇ ਕਦੀ ਇਹੋ ਜਿਹੀ ਹਰਕਤ ਨਹੀਂ ਕੀਤੀ। अच्छा नहीं, आप ये कहना चाह रही थी कि आपको आज बहुत खुशी है। जी बहुत ही खुशी है। देखा ਉਹਦੀ आवाज नहीं हैगी। अच्छा जैन, आपकी पहली मुलाकात टार्जन से कब हुई थी? मैं ना जंगल में अपनी डॉक्यूमेंट्री बनाने आई थी, इनकी मुझ पे नजर पड़ी, मैंने इनको देखा और बस हमें प्यार हो गया। ਲਓ ਜੀ ਜੇਨ ਜੋ ਹਰਕਤਾਂ ਕਰ ਰਹੀ ਹੈ ਨੇ ਅੱਜ ਹੀ ਮੇਰੇ ਦਿਲੋਂ ਲੈ ਜਾਣਾ। ਅੱਛਾ ਪਹਿਲੇ ਨਹੀਂ ਸੀ ਇੰਜ ਕੋਈ ਸ਼ਾਇਦ ਨਹੀਂ ਖਾ ਲਈ ਜੰਗਲ ਚੋਂ। ਕੀ ਖਵਾਇਆ ਨੈਣੀ ਇਹਨੂੰ? मेरा बच्चा मैं तो कशा का नहीं खवाई। ਮੇਰਾ ਬੱਚਾ ਮੈਂ ਤੇ ਕਸ਼ੇ ਕਾਇ ਨਹੀਂ ਖਵਾਈ। ਹਾਂ इश्क च दर्द अनोखे मिलदे न, ਇਸ਼ਕ ਚ ਦਰਦ ਅਨੋਖੇ ਮਿਲਦਨ, वे कमला यार कोई सौखे मिलदे न। ਵੇ ਕਮਲਾ ਯਾਰ ਕੋਈ ਸੌਖੇ ਮਿਲਦਨ, दिल ते लिख गए नादर शात, ਦਿਲ ਤੇ ਲਿਖ ਗਿਆ ਨਾਦਰ ਸ਼ਾਹ ਕੂ। इश्क च अक्सर धोखे मिलदे न। इश्क च अक्सर धोखे मिलसन, इश्क च अक्सर धोखे मिलसन, इश्क च अक्सर धोखे, ओ इश्क च अक्सर धोखे मिलसन, इश्क च अक्सर धोखे मिलसन। क्या डूम है यार, डूम नहीं होते, ये टार्जन का डूम वर्जन है, टाड़ी वर्जन ऑफ टार्जन। मैं तो कुछ भी नहीं ढाड़ी जो मेरे इंटरटेनमेंट
यार ये एंटरटेनर कौन है यहाँ पे, क्या है? द बोनी एम। ਭਾਜੀ ਦੇਖੋਗੇ ਤੇ ਹੈਰਾਨ ਰਹਿ ਜਾਓਗੇ। ਹਾਏ ਹਾਏ ਹੈ ਆਦਮਖੋਰ ਨੇ ਲੇਕਿਨ ਤੁਸੀਂ ਡਰਨਾ ਨਹੀਂ ਕਿਸੇ ਨੇ ਨਾ, ਘਬਰਾਉਣ ਦੀ ਲੋੜ ਨਹੀਂ। क्यों क्यों डरना नहीं? ਅੱਜ ਵਰੇ ਦਾ ਦਿਨ ਹੈ, ਅੱਜ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ, ਆਮ ਮਾਫੀ। आमतौर पे कुछ नहीं कहते। ਨਹੀਂ ਕਹਿੰਦੇ ਕੁਝ ਨਹੀਂ, ਇੱਕ ਅੱਧੇ ਨੂੰ ਖਾ ਖੂ ਜਾਂਦੇ ਨੇ। ਉਹ ਨਾ ਕਰ ਯਾਰ ਕੀ ਹਾਂ ਨਹੀਂ ਤੈਨੂੰ ਨਹੀਂ ਖਾਣਗੇ ਅੱਜ, ਮੈਂ ਦੱਸਿਆ ਉਹਨਾਂ ਨੂੰ, ਜੈਨ ਨੂੰ, ਤੈਨੂੰ ਤੇ ਉਹਦੀ ਸਹੇਲੀ ਨੂੰ, ਇਹਨੂੰ ਨਹੀਂ ਖਾਣਗੇ। अच्छा जी, मैं जेन की फ्रेंड के साथ बात करना चाहता हूँ। जी सर, मैं तो कब से मुंतजिर हूँ, आप बात ही नहीं कर रहे। ठीक है जी। नहीं डिसेंट है भाई। तो आपकी स्पेशलिटी क्या है? सर मैं जेन की बेस्ट फ्रेंड हूँ और मैं इनकी फिल्म में गाने भी गा रही हूँ। अच्छा वाह वाह वाह। तो आज फिर कुछ अता करे ना हमें। ਅਜੇ ਨਹੀਂ ਨਾ 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 ਅਜੇ ਨਹੀਂ, ਕੇਕ ਕੱਟਿਆ ਜਾਏਗਾ, ਫਿਰ ਸੈਲੀਬ੍ਰੇਸ਼ਨ ਹੋਏਗੀ, ਹੁਣੇ ਇੱਥੇ ਬੋਨੀ ਪਾਰਟ ਆਉਣਗੇ, ਫਿਰ ਸਾਰਾ ਕੁਝ ਹੋਏਗਾ। ਉਹ ਕੁਝ ਕਹਿ ਜੋ ਕਹਿ ਰਹੇ ਨੇ, ਅੰਨੀ ਦਿਆ ਹੁੰਦਾ ਨਹੀਂ ਪਿਆ ਉਹ ਕੀ ਕਹਿਣ ਡਏ ਨੇ। ਤੁਹਾਨੂੰ ਪਤਾ ਫਰੂਟ ਨਹੀਂ ਹੈਗਾ, ਅਸੀਂ ਸ਼ਤਰਮੁਰਗ ਦਾ ਆਂਡਾ ਪੇਂਟ ਕਰਾਇਆ ਹੈ। ਸੁਣਾ ਪੁੱਤਰ ਸੁਣਾ, ਜਿਵੇਂ ਉਹ ਕਹਿੰਦੇ ਨੇ ਉਂਝ ਕਰ। चलो अच्छा हुआ तुम भूल गए, चलो अच्छा हुआ तुम भूल गए, एक भूल ही था मेरा प्यार ओ साजना, चलो अच्छा हुआ तुम भूल गए, चलो अच्छा हुआ तुम भूल गए। वेरी गुड। ਲਓ ਜੀ ਅਸੀਂ ਹੁਣ ਗਰਮੀ ਨੂੰ ਛੁਰੀ ਫੇਰ ਕੇ ਹੈਪੀ ਬਰਥਡੇ ਮਨਾਉਂਦੇ ਆ। ਜੇਨ ਮੇਰੇ ਸਾਥ ਆ ਜਾਓ, ਅਗਰ ਇਹ ਚਮੜਾ ਤੈਨੂੰ ਨਾਲ ਖਲੋਣ ਦਿੰਦਾ ਤੇ। ਖਲਾ ਲੈ ਇਹ ਪਤਾਸ਼ੀ ਬਦਤਮੀਜ਼ ਹੈ। ਆਵਾ ਜੇਨ ਪਕੜੋ, ਐ ਨੈਨੀ ਪਕੜੋ, ਲਓ ਜੀ ਤਾੜੀਆਂ ਮਾਰੋ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ to you. Happy birthday, dear Tarzan. Happy birthday to you. ये क्या हो रहा है? ओए यार, एक तो मैं इससे बहुत तंग हूँ। ਟੰਗੇ ਰਹਿੰਦੇ ਇਹਨੂੰ ਟੰਗੇ ਰਹਿੰਦੇ। ਉਹ ਤੈਨੂੰ ਮਾੜੀ ਜੀ ਖੁਸ਼ੀ ਮਿਲਦੀ ਤੂੰ ਟੰਨ ਨਾਲ ਟੁਰ ਪੈਂਦਾ, ਕਿਸੇ ਚਮਗਾਦੜ ਦੇ ਆ ਬੱਚੇ ਆ। हाय लो जी, था जिसका इंतजार वो शाहकार आ गया, इंटरटेनमेंट का अंबार आ गया। अब तशरीफ लाते हैं जंगल का बोनियम ग्रुप। हम्पा हमारे हम्पा हो, हम्पा हमारे हम्पा हो, हम्पा हमारे हम्पा हो, इससे भी कम जिंदगानी, इससे भी कम है जवानी, इससे भी कम जिंदगानी, इससे भी कम है जवानी, जब तक खून मेरा मानी, जब तक जोश में जवानी, जब तक खून मेरा मानी, जब तक जोश में जवानी, मुझे होश में आने न दो, प्यार दो, प्यार लो, प्यार दो, दो प्यार लो। ਹੰਪਾ ਰੇ ਹੰਪਾ ਹੋ। ਭਾਜੀ ਇਹ ਬੋਨੀ ਐਮ ਨੇ ਮੇਰੇ ਇਸ ਬਕਵਾਸ ਆਸੇ ਤੁਸੀਂ ਇੱਕ ਘੰਟੇ ਦਾ ਬਿਠਾਇਆ ਹੋਇਆ ਹੈ। हाय अल्लाह, हमने ऐसा क्या कर दिया जो आपको पसंद नहीं आया? ਟੈਂਪੋ ਚੈੱਕ ਕੀਤਾ ਜੇ? ये क्या है? ਭਾਜੀ ਜੰਗਲ 'ਚ ਇਹਨਾਂ ਨੂੰ ਗੈਂਡਾ ਵਜਾ ਫੁੱਲ ਸਪੀਡ 'ਚ, ਇਹ ਸਾਰੇ ਦੋਵੇਂ ਖੁਸਰੇ ਹੋ ਗਏ। ਯਕੀਨ ਕਰ ਪੱਤਰ ਖਾ ਖਾ ਸਾਡਾ ਹਸ਼ਰ ਹੋ ਗਿਆ ਕਿ ਤੂੰ ਸਾਨੂੰ ਗੋਸ਼ਤ ਦੀ ਬੋਟੀ ਨਹੀਂ ਮਿਲੀ, ਸਾਨੂੰ ਅੱਜ ਇਹਦੀ ਲੱਤ ਖਵਾ ਦੇ ਡਾਇਰੈਕਟਰ। ਬੰਦੇ ਦੇ ਪੁੱਤਰ ਬਣੋ ਓਏ। ਓਏ ਬਾਜ਼ ਆ ਜਾਓ, ਪਿਛਲੀ ਵਾਰੀ ਵੀ ਤੁਸੀਂ ਡਾਇਰੈਕਟਰ ਦੀ ਲੱਤ ਖਾ ਗਏ ਸੀ, ਐਸ ਦਫਾ ਨਹੀਂ ਹੋਣਾ। ਕਿਹੜੇ ਡਾਇਰੈਕਟਰ ਦੀ ਲੱਤ? ਉਹ ਭਾਈ ਕਮਾਂਡੋ। ਓਏ ਮੈਂ ਆਦਮਖੋਰ ਨੇ ਨਾ, ਤੇ ਮੈਂ ਰੋਕਿਆ ਅੱਜ ਇਹਨਾਂ ਨੂੰ। ਟਾਰਜ਼ਨ ਸਾਹਿਬ ਇਹ ਜੱਦੀ ਪੁਸ਼ਤੀ ਇਹੀ ਕੰਮ ਕਰਦੇ ਨੇ। ਆਹੋ ਇਹਨਾਂ ਦੇ ਦਾਦੇ ਨੇ ਵਿਲੀਅਮ ਵਾਇਲਰ ਦੀ ਲੱਤ ਖਾਧੀ ਸੀ। ਇਹ ਸਾਲੇ ਸ਼ੁਰੂ ਤੋਂ ਭਾਈ ਡਾਇਰੈਕਟਰਾਂ ਦੀਆਂ ਲੱਤਾਂ ਖਾਂਦੇ ਆ ਰਹੇ ਨੇ। ਅੱਜ ਪਿੰਨੀ ਦਾ ਗੋਸ਼ਤ ਖਾਣਾ ਹੀ। ਤੇਰੀ ਪਿੰਨੀ ਦੀਆਂ ਰੇਸ਼ਮੀ ਤੰਦਾਂ, ਤੇਰੀ ਪਿੰਨੀ ਦੀਆਂ ਰੇਸ਼ਮੀ ਤੰਦਾਂ, ਤੇਰੀ ਪਿੰਨੀ ਦੀਆਂ ਰੇਸ਼ਮੀ ਤੰਦਾਂ। ਅੱਜ ਇੰਨਾ ਹੌਸਲਾ ਵੱਧ ਗਿਆ ਨੀ, ਤੇਰੀ ਪਿੰਨੀਆਂ ਲੈ ਗਈਆਂ ਕਜੈਂਪਾ ਪਿੰਨੀ ਦੀਆਂ, ਤੇਰੀ ਪਿੰਨੀ ਦੀਆਂ। ਭਾਜੀ ਇਹ ਕੋ ਕਾਫ ਦੇ ਮੌਤ ਦੇ ਖੂਹ ਤੇ ਹੁੰਦੇ ਨੇ। यार ये टैलेंटेड तो हैं बड़े बेचारे, लेकिन कहाँ फंसे हुए हैं?
ਗੱਲ ਉਹ ਹੀ ਹੈ ਭਾਜੀ, ਗੈਂਡਾ ਵਜਾ ਦੋਵਾਂ ਫੁੱਲ ਸਪੀਡ। ਹਾਏ ਲੈ ਚੈੱਕ ਤੇ ਕਰਨ ਦਿਓ, ਵੇਖੋ ਨਾ ਕਿੰਨੀਆਂ ਸੋਹਣੀਆਂ ਲੱਤਾਂ ਖਾਣ ਓਏ ਦਿਓ ਉਧਰ ਨਾ। ਪਰੇ, ਓਏ ਇਹਨੂੰ ਪਰੇ ਕਰ। ਇੱਕ ਲੱਤ ਨਾਲ ਬੜਾ ਸੋਹਣਾ ਲੱਗੇਗਾ ਤੂੰ। ਓਏ ਉਧਰ ਚੱਲ ਇੱਕ ਲੱਤ ਨਾ। ਉਹ ਖਵਾ ਦੇ ਲੱਤ, ਤੂੰ ਕਿਹੜਾ ਮੈਸੀ ਹੈਗਾ। ਓਏ ਇਹਨਾਂ ਨੂੰ ਫੁੱਟਬਾਲਰਾਂ ਦਾ ਵੀ ਪਤਾ ਹੀ, ਉਧਰ ਬੁਲਾਏਗਾ ਇਹਨੂੰ। ਚਲੋ ਉਠੋ ਇਧਰ ਆਓ, ਉਹ ਰੌਣਕ ਲਾਓ, ਇਹ ਸਾਲਗਿਰਾ ਮੇਰੀ। ਅੱਛਾ ਆਹੋ ਲੈ, ਅੱਛਾ ਵਾਕਈ ਆਹੋ। ਤੇ ਸਾਨੂੰ ਸਾਲਗਿਰ ਤੇ ਬੁਲਾਇਆ ਕਿਉਂ ਨਹੀਂ ਤੂੰ? ਕੇਕ ਕਿੱਥੇ? ਯਾਰ ਥੋੜੀ ਜੀ ਜਿੰਨੇ ਕਿ ਗੁਫ਼ਤਗੂ ਕਰ ਲੈ। ਜੈਨ ਜੈਨ ਆਗੇ ਆਓ। ਜੈਨ ਮੈਨੂੰ ਚੈਨ ਲੱਗਦਾ ਛੱਡੋ, ਤੁਸੀਂ ਸਾਡੇ ਅਲਜ਼ੈਨ ਬਣਾਓ, ਛੱਡੋ ਨਾ ਤੁਸੀਂ ਇੱਕ ਵਾਰੀ ਲੱਤ ਖਾਣ ਦੇ ਨਾ। ਡਾਕਟਰ ਸਾਹਿਬ हाँ जी, ਤੁਹਾਡੇ ਸਾਹਮਣੇ ਹੀ ਹੈ, ਫੇਰ ਲੋ ਸਾਰਾ ਕੁਝ। मैं थोड़ी सख्ते में चली गई थी। ਭਾਈ ਇਹ ਜੰਗਲ ਤੁਹਾਡੀ ਖਾਬ ਚ ਆਇਆ ਸੀ ਅੱਜ? नहीं, लेकिन वैसे इस डायरेक्टर के साथ ऐसा कुछ होना चाहिए। ਇਹ ये ਡਾਇਰੈਕਟਰ ਨੂੰ करके ਕਹਿੰਦੇ ਮੈਂ दिखाना। ਖਵਾ ਦੇਣਾ। ਓਏ ਹਾਂਜੀ ਖਾ ਜਾਓ ਇਹਨੂੰ, ਫੜੋ ਓਏ। ਬਿਸਮਿਲ੍ਲਾ। ਖਾ ਜਾਓ ਇਹਨੂੰ। ਆਹ ਤੇ ਮਸਾਲੇ ਲਾ ਜੀ। ਵੇਖ ਲੋ ਇੱਕ ਲੱਤ ਦੀ ਗੱਲ ਹੋਈ ਸੀ, ਮੈਨੂੰ ਪੂਰਾ ਖਾ ਚੱਲੇ ਜੇ। ਇਹੀ ਲੱਤ ਖਾਣੀ 9 ਸਾਲ ਤੱਕ। ਆਫਤਾਬ ਸਾਹਿਬ हाँ जी। ਮੇਰੀ ਗੱਲ ਸੁਣ ਲਓ, ਇੱਕ ਲੱਤ ਦੀ ਗੱਲ ਹੋਈ ਸੀ। अच्छा, ਇਹਨਾਂ ਨੇ ਇੱਕ ਲੱਤ ਤੋਂ ਇਲਾਵਾ ਮੇਰੀ ਕੋਈ ਵੀ ਸ਼ੈ ਖਾਧੀ ਨਾ ਤੇ ਮੇਰੇ ਤੋਂ ਪੂਰਾ ਕੋਈ ਨਹੀਂ ਹੋਏਗਾ। Khawateen Hazrat, we'll take a break. Stay with us. अकमल तेकू छोड़ देवा हा, ਅਕਮਲ ਤੇ ਕੂ ਛੋੜ ਦਿਆਂ ਹਾਂ। क्या करा दे करा। वेलकम बैक। Khawateen Hazrat, हमारा सेगमेंट है फरंगे आसफिया, और सबसे पहले एक करेक्शन। वैसे तो आज सारा शो ही करेक्शंस पर मबनी है, लेकिन सेपरेट एक करेक्शन जैसे होती है कि बड़ी अहम करेक्शन, वो जैसे अस्सलामु अलैकुम में वो जो बीच में वाव डाल देते हैं, दैट इज़ रॉन्ग। अस्सलामु अलैकुम नहीं कहते, वो वाव गलत है, वो मीम के ऊपर पेश है, वाव नहीं है। यानी कि अस्सलामु अलैकुम, अस्सलामु अलैकुम उसमें वाव नहीं है, वो ओ जो है ना, ओ वो मीम के ऊपर पेश, वो निकाल देती है क्योंकि आवाज। अरबी में वो व बन जाएगा, सलाम व हाँ, अलैकुम। अगर आपने अरबी उसलूब देखा हो तो वो अस्सलाम वलैकुम, अस्सलाम वलैकुम वो बन जाता है, तो वो चाहिए नहीं। और बहुत से लोग जब अस्सलाम वालेकुम लिखते हैं तो सीन लिखते हैं अलिफ के बाद, लाम नहीं लिखते। वो इस्लाम बन जाता है। इस्लाम अलिफ के बाद लाम है, फिर सीन है। यस अलिफ के बाद सीन नहीं है सीधा। यस। इसी तरह जो आज की करेक्शन है वो याद रखने की है, क्योंकि ये गलती अक्सर मैं भी करता हूँ। शुक्र अल्हम्दुलिल्लाह कहते हैं, शुक्र अल्हम्दुलिल्लाह। अल्हम्दुलिल्लाह में शुक्र पिन्हा है, मौजूद है। अलहदा से शुक्र अल्हम्दुलिल्लाह कहना सुपरफ्लुअस है। आप अल्हम्दुलिल्लाह कहें या शुक्र। अल्हम्दुलिल्लाह जामे है, इसके अंदर वो सब कुछ है जो आप कहना चाहते हैं। मे बी उसको एम्फसाइज करने के लिए 2 दफा बोला। और मैंने इसलिए किया कि हम तो पुराने वक्तों की नज़में, शायरी, असातिज़ा की बातें सनद समझते हैं। एक फिल्म में कव्वाली बड़ी मशहूर है, शुक्र अल्हम्दुलिल्लाह, वो आ गए आ गए आ गए, शुक्र अल्हम्दुलिल्लाह। वो बड़ी शरारती सी कव्वाली है और बड़ी मेलोडियस कव्वाली है। मुझे याद नहीं अब किसकी फिल्म थी, मेरा ख्याल है कमाल की, और पता नहीं कोई इस तरह का कोई था सिलसिला। ब्लैक एंड वाइट मूवी है, तो वो है शुक्र अल्हम्दुलिल्लाह। ਹੁਣ ਵੀ ਇੱਕ ਰੀਸੈਂਟ ਸਲੀਮ ਮਰਚੈਂਟ ਮਿਊਜ਼ਿਕ ਡਾਇਰੈਕਟਰ ਇੰਡੀਆ ਦਾ, जी है। ਉਹਦੀ ਵੀ ਇੱਕ ਨਾਤ ਆਈ ਹੈ ਇਸ ਤਰ੍ਹਾਂ ਦੀ, ਸ਼ੁਕਰ ਅੱਲਾ ਅਲਹਮਦੁਲਿल्लाह, ਸ਼ੁਕਰ ਅੱਲਾ अल्हम्दुलिल्लाह, शुक्र अल्लाह अल्हम्दुलिल्लाह। नहीं देखें, वो सेपरेट है, शुक्र अल्लाह है, अल्हम्दुलिल्लाह है, वो शुक्र अल्हम्दुलिल्लाह नहीं है। तो शुक्र अल्हम्दुलिल्लाह ना कहा करें। अच्छा ही भाई। अच्छा, आज का पहला लफ्ज है ऑक्सफर्ड, जिसको लोग मोस्टली ऑक्सफोर्ड कहते हैं। ऑक्सफर्ड, इसका मंबा क्या है वो हम आज ये इसलिए कर देते हैं कि कप्तान इलेक्शन लड़ने जा रहा है। हाँ जी हाँ जी। ऑक्सफोर्ड यूनिवर्सिटी। और अगर लड़ता है तो इम्कानात हैं इंशाल्लाह कि वो जीत जाएगा। 100% इसलिए नहीं कह सकते कि ये पाकिस्तान में नहीं हो रहा, पाकिस्तान में उसे किसी जगह लड़ा के देख लो, किसी जगह लड़ा के देख लो। मेरा चैलेंज है, आप पाकिस्तान की तगड़ी तरीन कोई जो कॉन्स्टिट्यूएंसी है ना, उसमें क्यों इस वक्त वो टाइड पर है, इसमें उसका कमाल भी है, लेकिन हालात भी बहुत रोल प्ले करते हैं। तो ये वक्त उसका है, लेकिन पाकिस्तान से बाहर हो सकता है हमारी कैलकुलेशन, हमारी असेसमेंट गलत साबित हो, कोई दूसरा भी उससे ज़्यादा पॉपुलर हो। दूसरे है कौन नाल? बथेरे लोग हैं और भी। बहरहाल बोरिस जॉनसन ने तो विड्रॉ कर लिया है और इसके हक में किया है।
خان صاحب کا تو خبر مل رہی ہے کہ نامینیشن پیپر ہی ریجیکٹ ہو جائیں گے, یہ اطلاعات آ رہی ہیں. ہاں یہ بھی ہو سکتا ہے کہ اتنا پریشر ڈلوا دیا جائے کہ اس کے نامینیشن پیپرز. اب سوال یہ ہے کہ اس کے پیپرز اگر ریجیکٹ ہو جاتے ہیں تو کیا عمران کا قد چھوٹا ہو جائے گا؟ قد اس کا چھوٹا ہوگا جو اس کو ریجیکٹ کرے گا. یہ وہ مبارکباد ہے جو عمران کو دینا نہیں بنتی, یہ مبارکباد آکسفورڈ یونیورسٹی کو دینا بنتی ہے اگر عمران جیت جاتا ہے. مجھے یاد آ رہا ہے حنیف رامے صاحب جب اسپیکر کا الیکشن جیتے تو ظفر اقبال صاحب نے بڑا خوبصورت کالم لکھا تھا کہ مجھے سمجھ نہیں آ رہی میں یہ مبارکباد حنیف رامے کو دوں یا اسپیکری کو دوں. ایک اتنا بڑا آدمی اسپیکر بن گیا ہے. آپ کے علم میں ہے کہ اعظم سوادی صاحب نے ایک لیٹر لکھا ہے آکسفورڈ کو. جی جی جی. اور اس میں بیسک ریکویسٹ ان سے یہ کی گئی ہے کہ ایکسٹرنل انفلوئنسز سے اس الیکشن کو آپ پاک رکھیں. میں نے دیکھا ہے سینٹ آف پاکستان کے لیٹر ہیڈ پہ ہے, میں نے دیکھا ہے ان کا اپنا پیڈ ہے وہ, اور بڑا اچھا ڈیٹیلڈ خوبصورت خط ہے, اور وہ مدلل بات کرتے ہیں, وکیل ہے نا, دلیل کے ساتھ بات کرتے ہیں. اچھا جی, اب آکسفورڈ دو الفاظ کا مرکب ہے, آکسن اینڈ فورڈ. اب یہاں پہ سیپریٹلی پڑھیں گے تو فورڈ پڑھیں گے, لفظ کو یکجا کر کے پڑھیں گے تو فرڈ پڑھیں گے. آکسفورڈ جیسے بریک فاسٹ ہے, بریک فاسٹ نہیں ہے, بریک فاسٹ. بریک فاسٹ بھی نہیں, بریک فاسٹ کہتے ہیں. بریک فاسٹ کہتے ہیں. تو اسی لیے ان چیزوں کا تھوڑا سا خیال رکھ لینے سے تھوڑا بہتری آ جاتی ہے, ادروائز بہت بڑا فرق نہیں پڑتا. اگر آپ ملک کو ملک بھی کہہ سکتے ہیں, پاکستان کہہ لیتے ہیں, ملک کہتے ہیں, ملک کہتے ہیں, مطابق کہہ لیتے ہیں, ہم اپنی لینگویج کا ستیہ ناش کر دیتے ہیں تو انگریز ماما لگتا ہے. شکیل صاحب ورگا بندہ نا جنازے نو ڈائریکشن دے رہے ہوندا, اگر تسی سیدھے جاؤ گے نا تو شارٹ کٹ پے گا, ادھروں کھبے ہوئیو نا اس گلی چ پانی بہت جے ایویں آ بھی تنگ ہو گئے, مرن والا بھی بیچارہ اگے مر گیا. اخیر مردہ اٹھ کے کہہ رہا یار دفعہ مارو, انہیں کبھی جانا میں لے کے ٹرو. میری ایک پروفیسر تھی سونیا لیونگسٹون لکھتے تھے اس کو, لیکن وہ لیونگسٹن پڑھا جاتا ہے. لیونگسٹن بالکل. ناموں میں بڑا دلچسپ ہے, جیسے روز ویلٹ نہیں کہتے, روز ویلٹ, مور بھی نہیں کہنا, راجر مور ہے. جیسے ڈبل او والا ڈور ہے, اٹس ناٹ ڈور, تو اٹ از ڈور. لیکن لینگویج میں پی یو ٹی پٹ نہیں ہے, پی یو ٹی پٹ ہے اور بی یو ٹی بٹ ہے. اچھا جی, آکسن بیل کو کہتے ہیں, دو بیل ہونا تو آکسن کہلاتے ہیں, ایک سے زائد ہونا, ایک تو آکس, آکس کی جمع ہے آکسن. اور فورڈ وہ خطہ, وہ پیچ آف لینڈ ہے جو دریاؤں کے بیچ میں ہوتا ہے, جہاں سے آپ دریا عبور کر سکتے ہیں, خشکی ہوتی ہے وہ. تو کسی زمانے میں صدیوں پہلے کی بات ہے کہ یہ بیلوں کی گزرگاہ تھی, بیل اس کو رستے کے طور پہ استعمال کرتے تھے. تو اس قصبے کا نام اسی مناسبت سے آکسفورڈ بن گیا. آکسن سے آکس لیا اور فورڈ ساتھ ملا کے آکسفورڈ بن گیا. اچھا جی, میڈیسن, میڈیسن کا مطلب آپ کو پتا ہے, دوائیاں, خوراک جو لیتے ہیں. اس کا منبع کیا ہے؟ یہ عربی زبان کا لفظ ہے, دو الفاظ کا مرکب ہے, ایک تو ہے مادہ اور دوسرا سینہ. مادہ میڈیسن کو کہتے ہیں جو بنائی ہو بڑی محنت کر کے, اور سینہ بو علی سینا, بو علی ابن سینا ان کا نام, پورا نام. ایویسینا, ایویسینا لیٹن میں انہیں کہا جاتا ہے, اور یہ بہت بڑا پلر سمجھے جاتے ہیں دنیا طب میں. اور ان کی کتاب القانون, اس نے تو جون بدل کے رکھ دی تھی اس علم کی. اور جو حاصل غزل ہے نا ان کی تحقیق کا, ون لائن میں اگر ایکسپلین کیا جا سکے تو ایک بڑی سادہ سی بات ہے جس نے ایک بہت بڑی گتھی سلجھا دی ہے. وہ لائن ہے کہ ہر مرض کی کوئی نہ کوئی کاز ضرور ہوتی ہے, ٹینجیبل کاز, اپیرنٹ, جس جو نظر آئے. اور اس نے پھر توہم پرستی کو میڈیسن سے الگ کیا, ورنہ انہوں جننے ہوئے انہوں جننے گے نا. سر یہ تمہاری قوم آج بھی کہتی ہے, جی کہتی ہے نا, لیکن میں ویسٹ کی بات کر رہا ہوں. ویسٹ میں بھی یہی کچھ ہوتا تھا. ہمارے کہے ہوئے بزرگ کی بات ویسٹ نے لے لی اور ہم رہے لکیر پیٹتے. اچھا جی, ایک اور غلطی ہم کرتے ہیں, شرمندہ ہونا, ashamed ہونا. ashamed of, تو I am ashamed of this, تو میں بڑا شرمندہ ہوں. embarrassed, تو شرمندہ ہونا کا مطلب یہ نہیں ہوتا. شرمندہ ہونا احسان مند ہونے کو کہتے ہیں کہ میں تو احسان مند ہوں. احسان مندی میں کہتے ہیں نا میں شرمندہ ہوں. وہ جسے کہتے ہیں کہ کیوں شرمندہ کر رہے ہیں. ہاں, تو کرٹسی میں احسان مند ہونا. اور جو بات ہوتی نا شیم کے ساتھ,
تو وہ شرمسار. शर्मसार. میں بڑا شرمسار ہوں جی. شرمندہ جو ہے نا وہ احسان مند کو کہتے ہیں. تو پھر سر شرمندگی کو ندامت کیوں کہتے ہیں؟ ندامت اور چیز ہے, شرمندگی اور چیز ہے. شرمندگی تو احسان مندی ہے, ندامت شرمساری ہے, افسوس ہے, پچھتاوا ہے, ریپینٹنس ہے. تاج پہلے شعر سنا دیں. شعر اینڈ پہ ہوتا ہے اس سیگمنٹ میں. آپ میرا خیال بھول گئی ہیں, بڑی دیر بعد آئی ہیں نا. اینڈ پہ ہوتا ہے. وہ تو مجھے یاد ہے سر, لیکن آج بیچ میں سنا دیں. میں بیچ میں سنا دیتا ہوں بشرطے کہ بقیہ پروگرام مجھے کرنے کی اجازت ہوگی. یہ دونوں خبیث کرنے نہیں دیتے. نہیں پائیں شیر اینڈ شیر اینڈ دیکھا نا. نہیں ہن اینڈ ہی ہے ماشاءاللہ. ادو تے 35 کلیکشناں اتوں پھر لفظ. نہیں اور 3-4 الفاظ ہیں بھائی. ٹھیک ہے سر, ٹھیک ہے. وکیل صاحب بیٹھے ہیں نا. ہاں جی سنا پھر سنا دیو. مجال فرنگے آس وچ اوں وی کیتا ہوے شکیل صاحب. نہیں شکیل صاحب ورگے نہیں ہو نا کور کڑھان ایویں. نہیں اگے چلدے ہیں اگے. ایویں رشتے داراں تو کنی دور کڑھاتی ہوتی. ایویں تایا چاچا ماما دا دبیا تو کلے نو پراں دفنواتا ہے اوتھے. نہ اوتھے کو پانی دین والا نہ کو درخت تے. وہ مریا شکیل نو بددعاواں دے رہا ہوندا. اچھا جی, احمد مشتاق کا شعر ہے. واہ واہ. کہتے ہیں رہ گیا مشتاق دل میں رنگ یاد رفتگاں. سبحان اللہ. رہ گیا مشتاق دل میں رنگ یاد رفتگاں. پھول مہنگے ہو گئے قبریں پرانی ہو گئیں. ایک محاورہ ہے, گھوڑے بیچ کے سونا. جی ہاں جی بے فکر ہو کے. تو میں بتاؤں گی جی بتائیے. سر, آپ ہی سے میں نے سنا تھا گھوڑے بھیج کر سونا. کچھ گھوڑے بیچ کے نہیں, بیچ کے سونا. بیچ کی. بیچ کے یعنی باندھ کے گھوڑے بیچ کے سونا. وہ کہتے ہیں نا وہ تو بس گیا ہے جی گھوڑے بیچ کے سو گیا. گھوڑے بیچے ہوں اور آپ کی جیب بھاری ہو, آپ سو سکتے ہیں, اور وہ بھی گہری نیند. کدی بھی نہیں. سوال ہی پیدا نہیں ہوتا. اس نے فٹافٹ گھر پہنچن دی کرنا. جی تو یہ گھوڑے بیچ کے سوتے ہیں. اللہ تعالیٰ کا بھی فرمان ہے نا کہ آپ پہلے اپنا بندوبست جانور باندھیں, پھر میرے پہ ڈیپینڈ کریں, پھر میرے حوالے کریں. یہ نہیں کہ گھوڑے کو آپ میدان میں چھوڑ دیا آپ نے, چلو جی اللہ کے سپرد. دیٹ از رانگ. وہ اپنا سٹیپ اٹھائیں. وہ فرائض سے روگردانی ہے. اپنا حصہ آپ کر نہیں رہے اور سب کچھ اس پہ ڈال رہے ہیں. دس از رانگ. اچھا جی, اگلا لفظ ہے بندوق. بندوق سے مراد اگر تو گن ہے ہاں جی تو یہ غلط ہے. ختم ہوئی گل. اینو بھائی چڑی چھکا کہنا آگے تو. میں نے کم از کم 3 مرتبہ بتا رکھا ہے انہی شوز میں کہ نمبر 1 بندوق نہیں ہوتا, بے کے اوپر پیش ہے, بندوق ہے. بندوق لفظ سدھے کرتے اگلا گٹے چ فیر مار کے چل جاوے. یہ بھی تو کہتے ہیں 2 نالی بندوق. ہاں جی, وہ بھی غلط استعمال ہے نا. بندوق دراصل کارٹریج کو کہتے ہیں, گولی کو بلٹ کو کہتے ہیں. واہ جی واہ. تے جے تے چپائی گن ہے نا, بھاجی نالا کہندے. نہیں جو گن ہے اس کو تفنگ کہتے ہیں. تفنگ باقی بھائی تفنگ اس کا تیرو تفنگ. ہاں تیرو تفنگ تے کے اوپر پیش ہے. تفنگ کبھی نہیں سنا تفنگ. بھائی آپ نے اور بہت کچھ نہیں سنا ہوا. پستول از تمنچا. ٹھیک ہے. اور وہ زیادہ تر ریوالور جو ہوتا ہے نا اس کے معنوں میں استعمال ہوتا ہے تمنچا. اور تفنگ کی بات میں کر رہا تھا. تفنگ النگ جو ہوتا ہے نا, برج کو کہتے ہیں. جو کلے کی فصیل ہوتی ہے اس کو النگ کہتے ہیں. پھر مزنگ کا مطلب ہے بہت بڑا قبرستان. ٹھیک ہے جی. النگ اینڈ مزنگ یہ دونوں الفاظ ان کی ساخت ایک جیسی ہے اور ان کا تعلق حرب سے ہے, فنون حرب سے ہے. جیسے تفنگ, النگ. تفنگ مینز بندوق, النگ مینز کلے کی فصیل, مزنگ قبرستان. تو سر کاربین کسے کہتے ہیں؟ کاربین چھوٹی گن جو ہوتی ہے نا, جب کاربین دراصل 12 بور کی وہ بندوق ہے جس کی بیرل آگے سے کاٹی ہو. صحیح. موسٹلی یہ خود بنائی ہوتی ہے. اس کو کاربائن بھی کہتے ہیں. کاربین استعمال ہوتا ہے بہت چھوٹی بیرل کی, اس سے بہت زیادہ پھیلتا ہے سلگ, اور اس سے آپ 50-60 بندوں کو جو ہے نا آگے لگا لیتے ہیں. تو اس زمانے میں کاربین عام طور پہ خود بنائی جاتی تھی اور یہ ان لافل ہوتی تھی کہ کوئی بھی مشین آپ
خود اس میں کوئی اختراع نہیں کر سکتے، خاص طور پر آتشی اسلحہ آپ اس میں کوئی ایسا نہیں کر سکتے. آپ اس کا ایک طرح سے بور چینج کر دیتے ہیں، ویسے تو بور وہی رہتا ہے لیکن آپ اس کی منوربلٹی بڑھا دیتے ہیں. ایک شاٹ سے اتنا بڑا چھینٹا مارتے ہیں آپ، اور بڑی خوفناک ہوتی ہے وہ. پھر چھوٹی کاربائن بھی ہوتی ہے جو ایک ہاتھ سے، جو پسٹل ہوتا ہے نا وہ اسی طرح کھل جاتا ہے، اسی طرح بند ہو جاتا ہے، اس میں بھی ایک کارٹریج چلتا ہے اور وہ ڈینجرس ہوتا ہے، کئی دفعہ ہاتھ میں پھٹ جاتی ہے. تو سر کہتے ہیں کہ AK-47 پاور میں زیادہ ہے. او سونی تو پہلے ڈاکو سی جان نہیں دے کی ہو گیا انہیں کچے دے ڈاکوਆਂ ਨੂੰ سبسکرائب کیتا ہے. سر میں نے ایک توپ لینی ہے توپ وہ ول میں اپنے بھرا کو دینی ہے. میرا بھرا نواں ڈاکو تھی ہے اس اپنے موٹر سائیکل دے اوتے توپ فٹ کرامنی ہے. جی آپ کچھ کہہ رہی ہیں؟ کچھ نہیں کہہ رہی بھائی فرنگے توپیا کر رہے ہیں اسی خدا. اس نے توپ کی بات نہیں کرنی، وہ اس نے کی ہے بے وقوف نے. نہیں پھر وچوں باجی نو کوئی نہ کوئی گن ہی یاد آئی ہونی ہے. یہ سونی پتہ نہیں راتی 12 بجے تو بعد ڈاکو بن جاتا ہے. نہیں بڑی انٹرسٹنگ باتیں پوچھ رہی ہے وہ. سرکس چ نا سونی ورگی کڑی نے شیراں نو آرے لایا ہوندا ہے. شیر ادھر بھی دیکھے نا کہ فور اچھا وہ یہ سرائیکی تو بھی ڈر رہے ہوتے. ادھر ویکھیا بل ہاں جے شیر ادھر ویکھے نا اودے کدی نہ باہ لگی بڑے اخیر پھر شیر آ کے کہندا تو تین حضرات ہم لیتے ہیں ایک بریک، ہمارے ساتھ رہیے گا. ویلکم بیک. جی ڈاکٹر صاحب، خبر ہے کہ کم سن بچوں کو جرائم کی تربیت دینے والے اسکول منظر عام پر آ گئے. سر یہ اسکولز کہاں پر ہیں؟ یہ انڈیا، مدھیہ پردیش. جرائم کی؟ جی اباؤٹ 120 کلومیٹرز فرام بھوپال. کس قسم کے جرائم؟ معمولی سے جیب تراشی، ڈکیتی، چوری، پولیس کے سامنے فراڈ لگانا، فرار ہونا، لتر برداشت کرنا، یہ ساری ٹریننگ کا حصہ ہے بھائی. یعنی یہ صرف اسکل ٹریننگ کا اسکول ہے یا نارمل پڑھائی کے نام پہ اسکول ہے؟ نہیں وہ یہی سکلز سکھائی جاتی ہیں اور غریب بچے، غریب گھروں سے آنے والے بچے ان کے مستقل کلائنٹس بنتے ہیں. 2400 روپیہ، 3600 روپیہ. 3600 روپیہ از ڈیلکس ٹریننگ، اس میں میرا خیال ہے ویپنز کا استعمال بھی سکھاتے ہوں گے. لیکن 2400 روپیہ جو ہے نا وہ عام اسٹوڈنٹ سے لیا جاتا ہے، اور جب وہ پڑھ لکھ کر اپنے پیروں پہ کھڑے ہو جاتے ہیں، یعنی یو نو وٹ آئی مین، تو پھر اس گھر کو وہ 3 لاکھ، 4 5 لاکھ سالانہ شیئر دیتے ہیں. وہ تو سر یہ کس عمر کے بچے ہوتے ہیں؟ کم سن بچے، 12 سال کے بچے. اور یہ بڑا پاپولر ہے وہاں پہ. کہتے ہیں بڑے بڑے نامی گرامی مجرم ان درسگاہوں سے فارغ التحصیل یہاں کے گریجویٹس ہیں. یہاں کے گریجویٹ. اب مجھے لگا آپ کہہ رہے ہیں کہ نامی گرامی مجرم اپنے بچے یہاں بھیجتے ہیں ٹریننگ کے لیے. وہ بھی بھیجتے ہوں گے. اول تو وہ خود درسگاہ بن جاتے ہیں نا. ایک مجرم جو گریجویشن کر لیتا ہے نا تو وہ تو پھر سرچشمہ فیض ہوتا ہے کہ وہ تو ہر ایک کو ٹریننگ دینا سکھانا وہ تو کار ثواب سمجھتے ہیں، کیونکہ ان کا بزنس دھندا چلتا ہے اس طرح. جی ڈمی میوزیم سے ہم نے بلا رکھے ہیں یہ چور کے پتر. ہاں جی بھائی چور دے پتر نہیں، چوراں دے استاد. ہاں جی ایک ہی بات ہے، یہ دونوں جرائم کی ٹریننگ دیتے ہیں. اچھا جی، ان کے ہمراہ یہ ایک کپل ہے، میاں بیوی ہیں، جو اپنے بچوں کو ان کے ہاں بھیجتے ہیں اور بڑے تم تراک سے بھیجتے ہیں. بائی چوائس بھیجتے جی بائی چوائس، اور کوئی شرمندہ نہیں ہے اس پہ. ہمارے بچے دل سے شکشا حاصل کر رہے ہیں. جی ਭਾਜੀ ਅਸੀਂ ذوق ਸ਼ੌਕ ਨਾਲ ਭੇਜੀਦਾ ਬੱਚਿਆਂ ਨੂੰ, ਹੋਰ ਕੀ ਕਰੀਏ ਜਨਾਬ. آپ پنجابی کیسے بول لیتے ہیں؟ ਸਾਡਾ ਪਿਛੋਕੜ ਮੱਝ ਆਏਗਾ ਜੀ. ہاں جی اسی امیگرینٹ ہے سارے. نہیں آپ اس اسکول میں ماہانہ فی دیتے ہیں؟ ڈاکٹر صاحبہ جب آفتاب صاحب بتا رہے تھے آپ سو رہی تھی. نہیں تو جب آپ کہتے ہیں آپ کے پاس کھانے پینے کو کچھ نہیں ہے تو آپ پیسے دے کے پڑھائیں بچے کو یا یہ ٹریننگ دلوا رہے ہیں؟ وہ پڑھائی تو رہے ہیں، یہی تو ہمارے کام آنی ہے. وہ دیکھو ڈاکٹر صاحب آپ بچوں تو اسکول بھیجو گے، فیساں بھرو گے، وردیاں، لنچ باکس، فلان ٹینگ، اخیر غریباں دا بچہ کلرک بن جائے گا جس طرح بھائی ہے گا. ਵੇਖੋ ਜੀ 2400 ਰੁਪਏ ਦੇ ਵਿੱਚ ਬੱਚਾ ਪੈਰਾਂ ਤੇ ਖਲੋ ਜਾਏ, ਇਹ ਕੋਈ ਘੱਟ ਹੈ? 3 ਮਹੀਨੇ ਦਾ ਕੋਰਸ ਭਾਜੀ, 3 ਮਹੀਨੇ ਦਾ ਕੋਰਸ, 2400 ਰੁਪਇਆ ਮਹੀਨਾ, اور مارکیٹیبل سکل سکھانے اسی جناب انہوں نے. اوہ مارکیٹیبل سکلز. اچھا پڑھاتے تم خود ہو؟ نہیں پڑھائی دا اسی بھی ہے لیکن وزٹنگ پروفیسر اسی بڑے بڑے نامی گرامی بندے رکھے. وزٹنگ پروفیسر؟ واہ واہ. مثلاً او جناب بڑیاں بڑیاں ہستیاں تسی تے شے ہی کوئی نہیں.
आपका जो ये जो लग्जरी पैकेज होता है 3600 का, आई थिंक 3600 का आपका माइंड बन रहा है कोई? मैं पूछ रही हूँ, आप उसमें कोई प्रॉपर फायर आर्म्स की ट्रेनिंग भी देते हैं? ਡਾਕਟਰ ਸਾਹਿਬ ਦੋ ਕੈਟਾਗਰੀਆਂ 2400 ਵਾਲੇ ਨੂੰ ਹੋਰ ਚੋਰੀਆਂ ਸਿਖਾਉਣੀਆਂ, 3600 ਵਾਲੇ ਨੂੰ ਜ਼ਰਾ ਅਪ ਕੈਟਾਗਰੀ ਹੈ। 2400 ਵਾਲੇ ਨੂੰ ਅਸੀਂ ਕਹਿਣਾ ਸਮੋਸਾ ਚੁੱਕ ਲੈ ਬੇਟਾ, ਮੋਟਰ ਖੋਲ ਲਈ ਭਾਜੀ ਕਿਸੇ ਦੀ, ਪੱਖਾ ਚੋਰੀ ਕਰ ਲਿਆ, ਮੰਦਰ ਦੀਆਂ ਟੂਟੀਆਂ ਲਾ ਲਈਆਂ। ਸੋਹਣੀਆਂ ਜੀ ਗੱਡੀ ਦਾ ਅੱਗੋਂ ਢੱਕਣ ਚੁੱਕਣਾ, ਵਿੱਚੋਂ ਕਿਸ ਤਰ੍ਹਾਂ ਬੈਟਰੀ ਕੱਢਣੀ ਹੈ, ਹਾਂਜੀ ਕਿਸ ਤਰ੍ਹਾਂ ਵਿੱਚੋਂ ਇੰਜਨ ਕੱਢਣਾ ਹੈ। ਇਹ 2400 ਵਾਲਾ ਹੈ। ਇਹ 2400 ਵਾਲਾ ਹੈ। ਛੋਟੀ ਕੈਟਾਗਰੀ, ਵੱਡੀ ਕੈਟਾਗਰੀ ਤੇ ਜਹਾਜ਼ ਖੋਲਣ ਦਾ ਤਰੀਕਾ ਦੱਸ ਦੇਈਦਾ ਡਾਕਟਰ ਸਾਹਿਬਾ, ਮੂਡ ਹੋਇਆ ਤਾਂ ਦੱਸਣਾ। किस किस्म के लोग हैं आप? बच्चे कौम का मुस्तकबिल होते हैं और आप उनको किस काम पे लगा रहे हैं? कौम का मुस्तकबिल होते, भुखे मरन दे 9 ਬੱਚੇ ਜੰਮੇ ਲੋਕਾਂ ਨੇ, ਕਿਹੜਾ ਮੁਸਤਕबिल? ਕੱਖ ਵੀ ਨਹੀਂ। ਇੱਕ ਬੱਚੇ ਦੀ ਪੜ੍ਹਾਈ ਤੇ ਘੱਟ ਤੋਂ ਘੱਟ ਲੱਗਦਾ 50 ਲੱਖ ਰੁਪਈਆ, ਤੇ ਮੁੜ ਕੇ ਕੀ ਮੰਨਦਾ ਐਵੇਂ ਰੇੜੀ ਲਾ ਕੇ ਖਲੋਤਾ ਵਿਚਾਰਾ। ਡਾਕਟਰ ਸਾਹਿਬਾ ਕਲਰਕ ਮੁਸਤਕਬਿਲ ਨਹੀਂ ਹੁੰਦੇ, ਮੁਸਤਕਬਿਲ ਹੁੰਦੇ ਨੇ ਸਿਆਸਤਦਾਨ, ਅਫਸਰ ਜਾਂ ਚੋਰ। ਔਰ ਅਗਰ ਦੇਖਿਆ ਜਾਵੇ ਤੇ ਤਿੰਨੇ ਇੱਕੋ ਹੀ ਕੈਟਾਗਰੀ ਹੈ। ਅਫਸਰ ਜਾਂ ਸਿਆਸਤਦਾਨ ਬਣਾਉਣ ਵਾਸਤੇ ਤੁਸੀਂ ਘਰਦਿਆਂ ਦੇ ਕਰੋੜਾਂ ਰੁਪਈਆ ਲਵਾ ਦਿੰਦੇ ਹੋ ਤੇ ਕਰਨੀ ਅਖੀਰ ਚੋਰੀ। ਉਹੀ ਕੰਮ ਅਸੀਂ 2400 ਤੇ 3600 ਚ ਦੇਣ ਨੇ। ਇਹ ਬਾਤ तुम समझते हो सारे सियासतदान ऐसे हैं, सारे अफसर ऐसे हैं? ਉਹ ਸਰ ਉਹ ਵੀ ਆਟੇ 'ਚ ਨਮਕ ਦੇ ਬਰਾਬਰ ਨੇ, ਜਿਹੜੇ ਨਹੀਂ ਹੈਗੇ। ਐਵੇਂ 2 3 4 5 ਬਾਕੀ ਤੁਹਾਡੇ ਸਾਹਮਣੇ, ਤੁਹਾਨੂੰ ਨਹੀਂ ਪਤਾ ਇਸ ਗੱਲ ਦਾ। हर तरह के लोग होते हैं, अच्छे भी और बुरे भी, लेकिन जो अच्छे हैं ना वो इन सबको पामाल कर देते हैं। अब मुख्तार मसूद के स्कूल का आपने सुन रखा होगा शकील साहब, व्हाट अ वंडरफुल आइडिया इट वाज। वो क्या था सर? मुख्तार मसूद एक बहुत बड़ा आदमी, इस मुल्क ने जो शानदार सपूत पैदा किए हैं उनमें से जो एक वक्त था जब सिविल सर्वेंट्स में बड़े ही महान लोग पैदा हुआ करते थे, बड़े बड़े लाजवाब लोग, जिस तरह मसूद खदरपोश था, बहुत उम्दा आदमी। ये भी उसी कैलिबर के, जिस तरह हमारे ये फॉरेन सेक्रेटरी होते थे शहरियार, बड़े ही लाजवाब लोग। तो मुख्तार मसूद ने अपनी उम्र भर की कमाई 10 करोड़ रुपया वो इधर उधर जितना इकट्ठा कर सकते थे बेचारे करके, तो बाग डिस्ट्रिक्ट में कश्मीर चौकी नाम का एक गांव है चौकी, वहाँ पे एक स्कूल उन्होंने कहा जी बनाना है मैंने, और बड़ा ही शानदार स्कूल बनाओ, क्योंकि आम सी जगह पर तो एक बड़ा लाजवाब स्कूल बन जाता है 10 करोड़ में। उन्होंने दे दिया। जब स्कूल बन गया तो उन्होंने कहा जी आइए और इसका इफ्तिताह कीजिए, हमने आपके दस्ते मुबारक से करवाना है। तो ही प्लेस्ड 3 कंडीशंस। 1, छुट्टी वाले दिन फंक्शन रखोगे तो मैं आऊँगा। 2, इसकी तशहीर नहीं होनी चाहिए कि मैंने ये किया है। और तीसरा ये कि इसकी कोई तकरीब नहीं होगी, यानी कोई फंक्शन ऐसा नहीं। वो एक ही बात है कि तशहीर नहीं होगी। बेसिकली 2 कंडीशंस थी, 2 शराइत थी, वो पूरी की गई। लेकिन वो फिर थोड़े से शाकी रहे कि लोगों ने उन्हें मुबारकें देनी शुरू कर दी। उनका देखे तशहीर तो होगी। और किया क्या, वहाँ गए छुट्टी वाले दिन, एक खाली क्लासरूम में कहते मुझे ले चलो, ये इफ्तिताह है। ब्लैक बोर्ड पर अपने हाथ से बिस्मिल्लाह रहमान रहीम लिखी और वापस लौट गए। यार ये वो बंदे थे, वो किधर हैं ये वो लोग? ये वो लोग थे जिन्होंने पाकिस्तान को कोरिया से आगे ले जाना था, लेकिन ये बहुत जल्दी चले गए और पीछे इन जैसा कचरा। ਪੱਕੀ ਗੱਲ ਇਹਨੇ ਆਬਦ ਖਾਨ ਦਾ ਡਰਾਮਾ ਵੇਖਿਆ ਸੀ ਸ਼ਰਤੀਆ ਮਿੱਠੇ, ਸੇਮ ਹਰਕਤ ਉਹਨੇ ਕੀਤੀ ਸੀ ਆਪਣੇ ਅੰਨੇ ਪੁੱਤਰਾਂ ਨਾਲ ਵੇਖ ਕੇ ਕਿ ਜਿਹੜਾ ਚੱਜਦਾ ਸੀ ਉਹ ਚਲਾ ਗਿਆ ਹੈ, ਜਿਹੜੇ ਇਹ ਉਹਨੇ ਕੀਤਾ ਸੀ। इसी ज़िला बाग में एक गांव है खरल अब्बासियाँ, और उसके साथ वाला गांव, उनके लिए एक ही हाई स्कूल था, और वो हाई स्कूल तबाह हो गया 2005 में ज़लज़ले में। और अभी तक जो का तू है जी, अब तक वो नहीं तामीर हो सका। मजाल है जो किसी ने वहाँ पर थोड़ा सा, और कुछ नहीं तो मुख्तार मसूद की तहरीरों में उस वलंदेजी बच्चे की कहानी पढ़ लें। वो एक डच बच्चा था जिसने सुराख के आगे अपना हाथ रख दिया कि कहीं ये डैम ना टूट जाए, और अपने आप को फ्रीज कर लिया, फ्रोजन टू डेथ। कैसी कैसी कौमें होती हैं, फिर लोग उनकी मिसालें दे के ना दे। और बाय द वे ये जो उन्होंने किया, लोग पूछते हैं कि चौकी आपको क्यों इतना पसंद था। ही सेड कि जब हम नकल मकानी करके जब पाकिस्तान आ रहे थे तो मेरे दादा ने इस गांव में आकर पड़ाव किया था, थोड़ी देर के लिए क़याम किया था, और इस गांव के मकीनों ने उनकी खूब टहल सेवा की थी, उनकी बड़ी खिदमत की थी, तो मैं इस एहसान का बदला चुकाना चाहता था। वाह वाह वाह, सुभान अल्लाह, क्या बात है। जिस स्कूल का मैं तज़किरा कर रहा था, वहाँ पे वो एक NGO की मदद से एक हिस्सा उस इमारत का रीबिल्ड हुआ है, और बाकी इसी तरह पड़ी है। जबकि एक टूटी हुई इमारत को रिहेबिलिटेट करना, उसको रिपेयर करना, रेनोवेट करना, ज़्यादा क्या मतलब
50 लाख रुपया लग जाता है। 50 लाख में अगर आप स्कूल दे दें, और आज स्टैट्स क्या बताते हैं कि 2,65,00,000 बच्चा स्कूल से महरूम है, और अगर पंजाब को निकाल दें तो 60% आपके बच्चे, 60% पूरे पाकिस्तान में स्कूललेस हैं। ਚਲੀਏ ਯਾਰ, ਇਹਨੇ ਸਾਨੂੰ ਨੇਕੀ ਤੇ ਲਾ ਦੇਣਾ। ਉੱਠੋ ਯਾਰ ਚੱਲੀਏ। ਅਸੀਂ 1.5 ਅਰਬ ਦੀ ਆਬਾਦੀਆਂ ਸੀ, ਇਹ 25 ਕਰੋੜ ਵਾਲੇ ਸਾਨੂੰ ਗੱਲਾਂ ਕਰੀ ਜਾ ਰਹੇ ਨੇ ਬਹਿ ਕੇ। ਸਪੈਸ਼ਲ ਲੱਭ ਕੇ ਇਹਨਾਂ ਦਾ ਸਕੂਲ ਅਸੀਂ ਬੱਚਾ ਦਾਖਲ ਕਰਾਇਆ ਜੀ। ਬੜੀ ਮਿਹਨਤ ਕਰਦੇ ਆ, ਇਮਾਨਦਾਰੀ ਦੇ ਨਾਲ ਮਿਹਨਤ ਕਰਦੇ ਆ ਬੱਚਿਆਂ ਤੇ। 125 ਬੱਚਾ ਮੇਰੀ ਕਲਾਸ 'ਚ। 120 ਮੇਰੀ 'ਚ। ਹਾਂਜੀ ਦੁਕਾਨ ਪੂਰੀ ਵਿਹਲੀ ਕਰਨ ਦਾ ਤਰੀਕਾ ਮੈਂ ਦੱਸਿਆ ਕਿ ਬੱਚੇ ਨੂੰ ਹਾਂਜੀ ਪੂਰੀ ਦੁਕਾਨ ਵਿਹਲੀ ਕਰਤੀ ਉਸ ਬੱਚੇ ਨੇ। ਉਹਨੂੰ ਮੈਂ ਕਿਹਾ ਸਭ ਤੋਂ ਪਹਿਲੇ ਜਾ ਕੇ ਜਿਹੜਾ ਦੁਕਾਨ ਤੇ ਮੁਲਾਜ਼ਮ ਹੈ ਨਾ ਉਹਦੇ ਨਾਲ ਤੂੰ ਦੋਸਤੀ ਕਰਨੀ। ਹਾਂਜੀ ਉਹਨੇ ਜਾ ਕੇ ਉਹਦੇ ਨਾਲ ਦੋਸਤੀ ਕੀਤੀ ਹੈ। ਹਾਂਜੀ। ਉਹਦੇ ਜ਼ਰੀਏ ਉਹਨੇ ਦੁਕਾਨ ਦੀਆਂ ਚਾਬੀਆਂ ਲਈਆਂ, ਉਹਨਾਂ ਦੀ ਕਾਪੀ ਬਣਵਾਈ ਹੈ। ਉਹ ਜਾ ਕੇ ਘਰ ਸੋ ਗਏ ਨੇ, ਪਿੱਛੋਂ ਨੇ ਸੋਹਣੇ ਤਾਲੇ ਖੋਲਣੇ, ਪੂਰੀ ਦੁਕਾਨ ਵਿਹਲੀ। ਚਾਬੀ ਦਾ ਹਮੇਸ਼ਾ ਡੁਪਲੀਕੇਟ ਬਣਾਉਣਾ। ਚਾਬੀ ਦਾ ਮੇਰੇ ਕੋਲ ਅੱਜ ਆਈਡੀਆ ਲੈ ਲਓ। ਅਸੀਂ ਆਏ ਭਰ ਲਓ ਭਰ ਲਓ ਝੋਲੀਆਂ। ਚਾਬੀ ਦਾ ਰੈਪਲੀਕਾ ਭਲਾ ਕਿੰਜ ਬਣਾਉਣਾ। साबुन के साथ बनाते होगे। ਤੁਹਾਡਾ ਉਸਤਾਦ ਕਿਹੜਾ ਭਾਜੀ? ਆਪਣਾ ਸਕੂਲ ਕਿੱਥੇ? ये चीजें पढ़ी हुई हैं हमने। ਕਿਹੜੇ ਕੋਰਸ 'ਚ ਪੜ੍ਹਦੇ ਰਹੇ ਹੋਏ? भाई मैं क्राइम रिपोर्टर था, मुझे नहीं पता तो और किसे पता होना चाहिए। ਮੈਨੂੰ ਪਤਾ ਹੈ ਕ੍ਰਾਈਮ ਰਿਪੋਰਟਰ ਕਾਮਯਾਬ ਕਿਵੇਂ ਸੀ। ਕਿਵੇਂ? ਇਹਨੂੰ ਪਹਿਲੇ ਹੀ ਪਤਾ ਚੱਲ ਜਾਂਦਾ ਸੀ ਇਹ ਕੁਝ ਹੋਣ ਵਾਲਾ। और ये जो क्राइम रिपोर्टर पहले आप ही करता, बाद जो आप ही रिपोर्ट देना। यहाँ पर एक डाकू आया है और उसने नकदी छीनी है और उसने सारा जेवर भी छीन लिया है और उसने और एक बंदे को मुक्का भी मारा, उसको कूनी मार के गिरा दिया है। और मैं चाहता हूँ अल्लाह हाफिज नाम ते आप बाजू पैसे गिन जाओ। 1 2 औरत जात हो के लोगों के बच्चों को खराब कर रही हो आप, शर्म नहीं आती? मैनू कह रहे हैं ਤੂੰ ਕਿਹੜੇ ਸ਼ੋਅ 'ਚ ਬੈਠਾ ਹੋ ਸਾਲਿਆ? ਉਹ ਰਜ਼ਾਤ ਉਹਦੇ ਬੱਚੇ ਅਸੀਂ ਖਰਾਬ ਕਰਨੇ। और मैं लोगों के बच्चों को खराब नहीं करी, मैं अपने बच्चों को भेजा है। और मुझे दुख इस बात का कि मेरे बच्चे थोड़े हैं, अगर ज्यादा होते तो मैं सारे भेजती। 9 ਬੱਚੇ ਭਾਜੀ ਇਹਦੇ ਮੈਂ ਟ੍ਰੇਨ ਕੀਤੇ ਮਾਸ਼ਾਅੱਲਾ। ਇੱਕ ਬਿਹਤਰੀਨ ਡਕੇਟ, 4 ਸੋਚਨੇ, ਇੱਕ ਸਲਾਈਆਂ ਦਾ ਕੰਮ ਕਰਦਾ। ਠੀਕ ਹੈ। ਸਵੈਟਰ ਹੁੰਦਾ ਸਲਾਈਆਂ ਬੇਟੇ ਐ ਵੇ ਐ ਉਂਗਲੀ ਹਿਲਣੀ ਚਾਹੀਦੀ। ਡਾਕਟਰ ਸਾਹਿਬ ਤੁਹਾਡੀਆਂ ਤੇ ਉਂਗਲੀਆਂ ਵੀ ਸਲਾਈਆਂ ਰਹੀਆਂ ਮਾਸ਼ਾਅੱਲਾ। ਚੈੱਕ ਕਰਾਣਾ। ਓਏ ਹੋਏ ਤੁਸੀਂ ਇੰਜ ਦੀ ਜੇਬ ਕਟੋ, ਮੈਂ ਕਹਿੰਦਾ ਕਿ ਹਟ ਜਾ ਪਿੱਛੇ। ਬਲਕਿ ਹਰ ਬੰਦਾ ਜੇਬ ਖੋਲ ਕੇ ਖਲੋਤਾ ਹੋਵੇ। ਯਾਰ ਅੱਜ ਆਇਆ ਨਹੀਂ, ਪਤਾ ਨਹੀਂ ਕਿੱਥੇ ਰਹਿ ਗਿਆ। कि आज तक कितना पैसा इकट्ठा कर लिया आपने? ਆਂਟੀ ਇਹਨੂੰ ਜਵਾਬ ਦੇ ਸਾਲਾ, ਇਹ ਤੇ ਚੁੱਪ ਹੋ। मैं जुत्ती मारनी तेरे मुंह ते। ਉਹ ਜੋ ਇਸਲਾਮ ਹੱਸਦਾ ਤੇ ਢਿੱਡ ਵੀ ਹਿਲਦਾ ਹੀ। ਓਏ ਜਿਵੇਂ ਸਭ ਬਾਹਾਂ ਬੂਹਾਂ ਅੱਗੇ ਰੱਖ ਕੇ ਤੁਸੀਂ ਤਾਂ ਕੁੜੀ ਚੁੱਕਣ ਆਏ ਜਿਵੇਂ। ਉਹ ਯਾਰ ਤੂੰ ਹਸਪਤਾਲ 'ਚ ਸ਼ੋਅ ਕਰਨ ਡਿਆ। ਅੱਛਾ ਤੁਹਾਡੇ ਜਿੰਨੇ ਵੀ ਦੋਸਤ ਨੇ ਨਾ ਮਾਸ਼ਾਅੱਲਾ ਸਿਰਫ ਤੁਸੀਂ ਠੀਕ ਨਿਕਲੋ, ਬਾਕੀ ਕੋ ਸਾਈਆਂ ਹੋ ਗਿਆ, ਕੋ ਪਾਗਲ ਹੋ ਗਿਆ। ਓਏ ਭਾਈ ਇਹ ਸਾਰਿਆਂ ਦੀ ਸ਼ਕਤੀ ਚੂਸ ਗਿਆ ਹੈ। हज़रात आज के शो का वक्त खत्म हुआ। आपसे मुलाकात होगी इंशाअल्लाह नेक्स्ट शो में। इजाजत दीजिए। अल्लाह हाफ़िज़।